ਹੈਲੋ एवरीवन ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਬੀਏ ਸਮੈਸਟਰ 5 ਹਿਸਟਰੀ ਆਫ ਦਾ ਵਰਲਡ ਆਪਾਂ ਸਟਾਰਟ ਕੀਤਾ ਹੋਇਆ ਜਿਸ ਦੇ ਵਿੱਚ ਆਪਾਂ ਫਰਸਟ ਵਰਲਡ ਵਾਰ ਵਾਲਾ ਟੌਪਿਕ ਅੱਜ ਕਵਰ ਕਰ ਰਹੇ ਹਾਂ। ਇਸ ਤੋਂ ਪਹਿਲਾਂ ਕਾਫੀ ਸਾਰੇ ਟੌਪਿਕਸ ਰਿਨਾਇਸੈਂਸ ਪੀਰੀਅਡ, ਰਿਫੋਰਮੇਸ਼ਨ ਪੀਰੀਅਡ, ਫ੍ਰੈਂਚ ਰੈਵੋਲਿਊਸ਼ਨ, ਇੰਡਸਟਰੀਅਲ ਰੈਵੋਲਿਊਸ਼ਨ ਐਂਡ ਨੈਪੋਲੀਅਨ ਬੋਨਾਪਾਰਟੇ ਵਾਲਾ ਕੰਸੈਪਟ ਆਪਾਂ ਕਰ ਚੁੱਕੇ ਹਾਂ। ਜਿਨ੍ਹਾਂ ਨੇ ਚੈੱਕਆਊਟ ਨਹੀਂ ਕੀਤਾ ਚੈੱਕਆਊਟ ਜ਼ਰੂਰ ਕਰਿਓ। ਦੋ ਮੈਪਸ ਵੀ ਆਪਾਂ ਕਰ ਚੁੱਕੇ ਹਾਂ, ਇਟਲੀ ਦਾ ਏਕੀਕਰਨ ਵਾਲਾ ਮੈਪ ਤੇ 1945 ਦੇ ਵਿੱਚ ਯੂਰਪ ਦਾ ਜਿਹੜਾ ਹੈਗਾ ਮੈਪ ਆਪਾਂ ਕਵਰ ਕਰ ਚੁੱਕੇ ਹਾਂ। ਇਹ ਸਾਰੇ ਕੰਸੈਪਟ ਜਿਹੜੇ ਨੇ ਮੈਂ ਆਲਰੇਡੀ ਟੈਲੀਗ੍ਰਾਮ ਚੈਨਲ ਦੇ ਉੱਤੇ ਸਾਰੇ ਪਾ ਦਿੱਤੇ ਨੇ, ਠੀਕ ਹੈ। ਹੈਂਡ ਰਿਟਨ ਨੋਟਸ ਮੈਂ ਹੁਣ ਥੋੜੀ ਦੇਰ ਤੱਕ ਪਾ ਦਾਂਗੀ। ਬਾਕੀ ਮਾਨ ਸਰ ਦੀ ਬੁੱਕ ਹੋ ਗਈ, ਐਗਜ਼ਾਮੀਨੇਸ਼ਨ ਮਾਸਟਰ ਹੋ ਗਿਆ, ਗਾਈਡ ਠੀਕ ਹੈ ਹੋ ਗਈ, ਅਤੇ ਨਾਲ ਹੀ ਜਿਹੜਾ ਯੂਨੀਵਰਸਿਟੀ ਦੇ ਨੋਟ ਸਾਰਾ ਕੁਝ ਜਿਹੜਾ ਹੈ ਪ੍ਰੀਵੀਅਸ ਈਅਰ ਦਾ ਪੇਪਰ ਵੀ ਟੈਲੀਗ੍ਰਾਮ 'ਤੇ ਉੱਤੇ ਅਵੇਲੇਬਲ ਹੈ। ਸੋ ਉਹਨੂੰ ਵੀ ਫੋਲੋ ਕਰਨਾ ਨਾ ਭੁੱਲਿਓ। ਪਲੱਸ ਤੁਸੀਂ ਇੰਸਟਾਗ੍ਰਾਮ ਨੂੰ ਵੀ ਫੋਲੋ ਕਰ ਸਕਦੇ ਹੋ ਮੀਤ ਸਟੱਡੀ ਹੱਬ ਸਰਚ ਕਰਕੇ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਸੋ ਪਹਿਲੇ ਕੁਐਸਚਨ 'ਚ ਆਪਾਂ ਕੀਤਾ ਸੀ ਕਿ ਵਿਸ਼ਵ ਯੁੱਧ ਦੇ ਕਾਰਨ ਕੀ ਸੀ, ਤਾਂ ਹੁਣ ਆਪਾਂ ਕਰਾਂਗੇ ਘਟਨਾਵਾਂ ਅਤੇ ਨਤੀਜੇ। ਬਹੁਤ ਇੰਪੋਰਟੈਂਟ ਕਨਸੈਪਟ ਹੈ। ਹੁਣ ਦੇਖੋ 28 ਟੋਟਲ ਦੇਸ਼ ਸੀਗੇ ਪਹਿਲੇ ਵਿਸ਼ਵ ਯੁੱਧ ਦੇ ਵਿੱਚ, ਠੀਕ ਹੈ, ਇਨਵੋਲਵ। 24 ਇੱਕ ਪਾਸੇ ਸੀ, 24 ਜਿਹੜੇ ਸੀਗੇ ਮਿੱਤਰ ਰਾਸ਼ਟਰ ਸੀਗੇ, ਤੇ 4 ਜਿਹੜੇ ਸੀਗੇ ਧੁਰੇ ਦੀਆਂ ਸ਼ਕਤੀਆਂ ਸੀ। ਬਹੁਤ ਇੰਪੋਰਟੈਂਟ ਯੁੱਧ ਹੋਇਆ ਜਿਹਦੇ ਵਿੱਚ ਜਾਨ ਮਾਲ ਦਾ ਨੁਕਸਾਨ ਹੋਇਆ, ਬਹੁਤ ਹੀ ਜ਼ਿਆਦਾ ਭਿਅੰਕਰ ਇਹਦੇ ਨਤੀਜੇ ਨਿਕਲੇ ਨੇ। ਤੇ ਪਹਿਲਾ ਵਿਸ਼ਵ ਯੁੱਧ ਇਤਿਹਾਸ ਦਾ ਮਹਾਵਿਨਾਸ਼ਕਾਰੀ ਯੁੱਧ ਸੀ ਜਿਹਦੇ ਵਿੱਚ ਜਾਨ ਮਾਲ ਦਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਜਿਹੜਾ ਪਹਿਲਾਂ ਕਦੇ ਨਹੀਂ ਹੋਇਆ। 28 ਵਿਸ਼ਵ ਦੇ ਦੇਸ਼ਾਂ ਨੇ ਇਸ 'ਚ ਪਾਰਟੀਸਪੇਟ ਕੀਤਾ ਅਤੇ ਇਹ ਯੁੱਧ ਜਿਹੜਾ ਸੀ ਮਿੱਤਰ ਦੇਸ਼ਾਂ ਅਤੇ ਧੁਰੇ ਦੇ ਦੇਸ਼ਾਂ ਦੇ ਵਿਚਕਾਰ ਲੜੇ ਗਏ ਸੀ। 28 ਦੇਸ਼ ਇਹਦੇ 'ਚ ਸ਼ਾਮਿਲ ਸੀ ਤੇ 28 ਜੁਲਾਈ ਨੂੰ 1914 ਨੂੰ ਇਹ ਯੁੱਧ ਜਿਹੜਾ ਹੋਇਆ ਸੀਗਾ ਸਟਾਰਟ 28 ਜੁਲਾਈ 1914 ਅਤੇ ਅੰਤ ਹੋਇਆ 11 ਨਵੰਬਰ 1914 18। ਤਾਂ ਕਹਿਣ ਦਾ ਮਤਲਬ 4 ਸਾਲ ਦੇ ਕਰੀਬ ਇਹ ਯੁੱਧ ਚੱਲਿਆ। ਤਾਂ ਇਸ ਦੇ ਅੰਦਰ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਰਾਜਨੀਤੀ ਦੇ ਉੱਤੇ ਪ੍ਰਭਾਵ ਪਏ ਨੇ। ਤਾਂ ਇਸ ਦੀਆਂ ਮੁੱਖ ਘਟਨਾਵਾਂ ਜਿਹੜੀਆਂ ਨੇ ਇਸ ਪ੍ਰਕਾਰ ਨੇ। ਕਿੱਦਾਂ ਇਹ ਯੁੱਧ ਸਟਾਰਟ ਹੋਇਆ, ਦੇਖੋ ਸਟਾਰਟ ਕਦੋਂ ਹੋਇਆ ਸੀ 28 ਜੁਲਾਈ, ਤਾਂ ਥੋੜ੍ਹਾ ਬਹੁਤ ਸਟਾਰਟ ਹੋਇਆ ਇਹ। ਉਸ ਤੋਂ ਬਾਅਦ ਜਿਹੜਾ ਹੈਗਾ ਆਸਟਰੀਆ ਤੇ ਸਰਬੀਆ ਦੇ ਵਿਚਕਾਰ ਸਟਾਰਟ ਹੋਇਆ ਸੀਗਾ, ਠੀਕ ਹੈ। ਤਾਂ ਪੱਛਮੀ ਮੋਰਚੇ ਤੇ ਲੜਾਈਆਂ, ਬੈਟਲਸ ਆਫ ਵੈਸਟਰਨ ਫਰੰਟ, ਠੀਕ ਹੈ। ਪਹਿਲਾਂ ਵੈਸਟਰਨ ਫਰੰਟ ਪੜਾਂਗੇ, ਫਿਰ ਆਪਾਂ ਈਸਟਰਨ ਫਰੰਟ ਪੜਾਂਗੇ। ਪਹਿਲੇ ਵਿਸ਼ਵ ਯੁੱਧ ਦਾ ਜਿਹੜਾ ਸ਼ੁਰੂਆਤ ਹੈਗੀ ਹੈ ਯੂਰਪ ਦੇ ਪੱਛਮੀ ਮੋਰਚੇ ਤੇ ਜਰਮਨੀ ਦੁਆਰਾ 4 ਅਗਸਤ 1914 ਨੂੰ ਬੈਲਜੀਅਮ ਦੇ ਹਮਲੇ ਦੇ ਨਾਲ ਹੋਇਆ। ਤਾਂ ਜਰਮਨੀ ਨੇ ਕੀ ਕੀਤਾ, 4 ਅਗਸਤ ਨੂੰ 1914 ਨੂੰ ਬੈਲਜੀਅਮ ਤੇ ਹਮਲਾ ਕਰਤਾ। ਜਰਮਨੀ ਦਾ ਵਿਸ਼ਵਾਸ ਸੀ ਕਿ ਉਸਦੀਆਂ ਸੈਨਾਵਾਂ ਜਿਹੜੀਆਂ ਨੇ ਬੈਲਜੀਅਮ ਤੇ ਜਿੱਤ ਪ੍ਰਾਪਤ ਕਰ ਲੈਣਗੀਆਂ ਤੇ ਉਸ ਤੋਂ ਬਾਅਦ ਫਰਾਂਸ ਤੋਂ ਹਮਲਾ ਕਰਨਗੀਆਂ। ਤਾਂ ਮਤਲਬ ਕਿਉਂਕਿ ਜਰਮਨੀ ਤੇ ਫਰਾਂਸ ਬਿਲਕੁਲ ਕੱਟੜ ਵੈਰੀ ਸੀ, ਤਾਂ ਜਰਮਨੀ ਚਾਹੁੰਦਾ ਸੀ ਕਿ ਪਹਿਲਾਂ ਬੈਲਜੀਅਮ ਹਰਾ ਦਾਂ ਫਿਰ ਮੈਂ ਜਰਮਨੀ ਤੇ ਚੜ੍ਹਾਈ ਕਰਾਂਗਾ, ਠੀਕ ਹੈ। ਤੇ ਫਿਰ ਕਹਿੰਦੇ ਫਿਰ ਅਸੀਂ ਰੂਸ ਦੇ ਨਾਲ ਟੱਕਰ ਲੈ ਲਾਂਗੇ, ਠੀਕ ਹੈ। ਤਾਂ ਇਸ ਤਰ੍ਹਾਂ ਜਿਹੜਾ ਹੈ ਜਰਮਨੀ ਦੀ ਯੋਜਨਾ ਜਿਹੜੀ ਸੀ ਇਹ ਸਫਲ ਰਹੀ ਹੈ ਕਿਉਂਕਿ ਉਸਦੀਆਂ ਸੈਨਾਵਾਂ ਪੈਰਿਸ ਤੋਂ 20 ਕਿਲੋਮੀਟਰ ਦੀ ਦੂਰੀ ਤੱਕ ਆ ਗਈਆਂ। ਉਸ ਦੇ ਸਮੇਂ ਜਿਹੜਾ ਹੈ ਫਰਾਂਸੀਸੀ ਜਨਰਲ ਜੈਫਰੀ ਨੇ ਜਰਮਨ ਸੈਨਾਵਾਂ ਦਾ ਮਾਰਨੇ ਦੀ ਲੜਾਈ ਦੇ ਵਿੱਚ ਅਜਿਹਾ ਜ਼ੋਰਦਾਰ ਮੁਕਾਬਲਾ ਕੀਤਾ ਕਿ ਜਰਮਨ ਸੈਨਾਵਾਂ ਨੂੰ ਪਿੱਛੇ ਹਟਣਾ ਪਿਆ। ਤਾਂ ਮਾਰਨੇ ਦੀ ਲੜਾਈ ਨੂੰ ਪੱਛਮੀ ਮੋਰਚੇ ਦੀ ਸਭ ਤੋਂ ਵੱਧ ਮਹੱਤਵਪੂਰਨ ਲੜਾਈ ਮੰਨੀ ਜਾਂਦੀ ਹੈ ਕਿਉਂਕਿ ਇਹਦੇ ਵਿੱਚ ਜਰਮਨ ਸੈਨਾਵਾਂ ਨੇ ਜਿਹੜੀ ਆਪਣੀ ਪਲੈਨਿੰਗ ਬਣਾਈ ਸੀ ਉਸ ਤੋਂ ਇਹਨੂੰ ਪਿੱਛੇ ਹਟਣਾ ਪਿਆ। ਕਿਉਂਕਿ ਜਰਮਨੀ ਚਾਹੁੰਦਾ ਸੀਗਾ ਕਿ ਪਹਿਲਾਂ ਮੈਂ ਕਿਸ ਨੂੰ ਹਰਾ ਦਾਂ, ਬੈਲਜੀਅਮ ਨੂੰ, ਫਿਰ ਮੈਂ ਕੀ ਕਰਾਂਗਾ ਫਰਾਂਸ 'ਤੇ ਹਮਲਾ ਕਰਾਂਗਾ, ਫਿਰ ਰਸ਼ੀਆ 'ਤੇ ਹਮਲਾ ਕਰਾਂਗਾ। ਤਾਂ ਫਰਾਂਸ ਨੇ ਤਾਂ ਇਹ ਜਿਹੜੀ ਜਰਮਨੀ ਦੀ ਫਰਾਂਸ ਦੀ ਜਿੱਤ ਸੀ ਇਹਦੇ ਦੀ ਆਸ ਦੇ ਉੱਤੇ ਕੀ ਪੈ ਗਿਆ, ਪਾਣੀ ਪੈ ਗਿਆ ਕਿਉਂਕਿ ਜਿਹੜਾ ਹੈ ਇੱਥੇ ਜਰਮਨ ਸੈਨਾਵਾਂ ਨੇ ਇਹਨਾਂ ਨੂੰ ਪਿੱਛੇ ਧੱਕਤਾ, ਠੀਕ ਹੈ। ਮਾਰਨੇ ਦੀ ਲੜਾਈ ਹੋਈ ਸੀ। ਤਾਂ ਇਹਨਾਂ ਦੋਨਾਂ ਪੱਖਾਂ ਦੇ ਵਿੱਚ ਜਿਹੜੀ ਹੈਗੀ ਹੈ ਮਾਰਨੇ ਦੀ ਲੜਾਈ ਪਿੱਛੋਂ ਦੋਨਾਂ ਪੱਖਾਂ ਦੇ ਵਿੱਚ ਆਮੋ ਸਾਹਮਣੇ ਦੀ ਲੜਾਈ ਹੋ ਗਈ ਬੰਦ ਅਤੇ ਖੰਦਕਾਂ ਦੇ ਨਾਲ ਲੜਾਈ ਕੀਤੀ ਜਾਣ ਲੱਗੀ। ਤੇ ਕੋਈ ਵੀ 4 ਸਾਲ ਮਤਲਬ ਇਹ ਦੋਨਾਂ 'ਚੋਂ ਕੋਈ ਵੀ ਨਾ ਤਾਂ ਜਰਮਨੀ ਅਤੇ ਨਾ ਹੀ ਫਰਾਂਸ ਇਹ ਇੱਕ ਦੂਜੇ ਨੂੰ ਜਿਹੜਾ ਹੈ ਹਰਾ ਨਹੀਂ ਪਾਏ। ਮਤਲਬ ਆਮੋ ਸਾਹਮਣੇ ਤੋਂ ਲੜਾਈ ਜਿਹੜੀ ਹੈਗੀ ਹੈ ਬੰਦ ਕਰਕੇ ਇੱਧਰੋਂ ਉੱਧਰੋਂ ਜਿਹੜਾ ਹੈ ਪਿੱਛੋਂ ਦੀ ਹਮਲਾ ਇਹ ਇੱਕ ਦੂਜੇ ਤੋਂ ਕਰਦੇ ਨੇ। ਪੂਰਬੀ ਮੋਰਚੇ ਦੀਆਂ ਲੜਾਈਆਂ, ਤਾਂ ਪੂਰਬੀ ਜਿਹੜਾ ਈਸਟਰਨ ਫਰੰਟ ਹੈ ਪੂਰਬੀ ਮੋਰਚੇ 'ਤੇ ਰੂਸ ਨੇ ਜਰਮਨੀ ਅਤੇ ਆਸਟਰੀਆ ਦੀਆਂ ਸੈਨਾਵਾਂ ਨੂੰ ਹਰਾ ਕੇ ਉਹਨਾਂ ਨੂੰ ਪਰੇਸ਼ਾਨੀ 'ਚ ਪਾਤਾ। ਹੁਣ ਦੇਖੋ ਪਹਿਲਾਂ ਜਰਮਨੀ ਚਾਹੁੰਦਾ ਸੀਗਾ ਕਿ ਮੈਂ ਸ਼ਾਇਦ ਪਤਾ ਨਹੀਂ ਕੀ ਕਰ ਦਾਂਗਾ, ਹੈ ਨਾ। ਤਾਂ ਇੱਧਰ ਫਰਾਂਸ ਦੇ ਵੀ ਜਿਹੜੇ ਸੀਗੇ ਫਰਾਂਸ ਨੂੰ ਵੀ ਇੱਦਾਂ ਲੱਗਦਾ ਸੀਗਾ ਵੀ ਮੈਂ ਜਰਮਨੀ ਨੂੰ ਹਰਾ ਦਾਂਗਾ, ਠੀਕ ਹੈ। ਜਰਮਨੀ ਨੂੰ ਇੱਦਾਂ ਲੱਗਦਾ ਸੀ ਕਿ ਮੈਂ ਫਰਾਂਸ ਨੂੰ ਹਰਾ ਦਾਂਗਾ। ਤਾਂ ਅਗਸਤ 1914 ਦੇ ਵਿੱਚ ਟੈਨਿਸਬਰਗ ਵਿੱਚ ਹੋਈ ਇੱਕ ਭਿਆਨਕ ਲੜਾਈ ਦੇ ਵਿੱਚ ਜਰਮਨ ਸੈਨਾਵਾਂ ਨੇ ਜਿਜ਼ੀਅੰਗਾਈ ਹਿਡਨਬਰਗ ਕਰ ਰਿਹਾ ਸੀ ਰੂਸੀ ਸੈਨਾਵਾਂ ਨੂੰ ਕਰਾਰੀ ਹਾਰ ਦਿੱਤੀ ਤੇ ਇਸੇ ਕਰਕੇ ਰੂਸ ਦੇ ਪੈਰ ਉਖੜ ਗਏ ਕਿਉਂਕਿ ਰੂਸ ਜਿਹੜਾ ਸੀ ਬਹੁਤ ਸ਼ਕਤੀਸ਼ਾਲੀ ਸੀਗਾ, ਠੀਕ ਹੈ। ਸੋ ਇਸ ਕਰਕੇ ਜਿਹੜਾ ਸੀਗਾ ਇਹ ਜਰਮਨੀ ਨੇ ਰੂਸ ਨੂੰ ਇੱਥੇ ਹਰਾ ਦਿੱਤਾ। ਪੱਛਮੀ ਏਸ਼ੀਆ ਤੇ ਉੱਤਰੀ ਅਫਰੀਕਾ ਦੀਆਂ ਲੜਾਈਆਂ, ਯੂਰਪ ਮਹਾਦੀਪ ਦੇ
ਬਾਹਰ ਪੱਛਮੀ ਏਸ਼ੀਆ ਅਤੇ ਉੱਤਰੀ ਅਫਰੀਕਾ ਦੇ ਵਿੱਚ ਵੀ ਲੜਾਈਆਂ ਲੜੀਆਂ ਗਈਆਂ, ਕਿਉਂਕਿ ਇਹਦੇ ਵਿੱਚ 28 ਦੇਸ਼ ਸ਼ਾਮਲ ਸੀ। ਤੇ ਜਰਮਨੀ ਦਾ ਤੁਰਕੀ ਦੇ ਨਾਲ ਹੋਣਾ ਮਿੱਤਰ ਰਾਸ਼ਟਰਾਂ ਲਈ ਇੱਕ ਖਤਰਾ ਬਣ ਗਿਆ। ਇਸੇ ਕਰਕੇ ਬ੍ਰਿਟੇਨ ਨੇ ਫਰਾਂਸ ਦੇ ਨਾਲ ਮਿਲ ਕੇ ਉਹਨਾਂ ਦੇ ਵਿਰੁੱਧ ਯੁੱਧ ਕੀਤਾ। ਤਾਂ ਬ੍ਰਿਟੇਨ ਤੇ ਫਰਾਂਸ ਨੇ ਮਿਲ ਕੇ ਉਹਨਾਂ ਦੇ ਵਿਰੁੱਧ ਯੁੱਧ ਕੀਤਾ, ਜਰਮਨੀ ਦੇ ਨਾਲ ਤੇ ਤੁਰਕੀ ਦੇ ਨਾਲ। ਓਟੋਮਨ ਰਾਜ ਦੇ ਅਰਥ ਖੇਤਰਾਂ ਨੂੰ ਵੀ ਜਿਹੜਾ ਸੀਗਾ ਅਰਬ ਖੇਤਰਾਂ ਨੂੰ ਵੀ ਜਿਹੜਾ ਸੀਗਾ ਇਹਨਾਂ ਨੇ ਅਧੀਨ ਕਰਨ ਦਾ ਯਤਨ ਕੀਤਾ ਅਤੇ ਗੁਪਤ ਸਮਝੌਤਾ ਕੀਤਾ, ਜਿਸ ਨੂੰ ਸਾਈਕੇ ਪਿਕਾਟ ਸਮਝੌਤਾ ਕਿਹਾ ਜਾਂਦਾ, ਸ਼ਾਰਟ ਕੁਐਸਚਨ 'ਚ ਆ ਸਕਦਾ। ਤਾਂ ਇਹ ਸਮਝੌਤਾ 1916 'ਚ ਕੀਤਾ ਗਿਆ, ਕਿਉਂਕਿ ਯੁੱਧ ਚੱਲਿਆ 1914 ਤੋਂ ਜਿਹੜਾ ਹੈ 1918 ਤੱਕ, 4 ਸਾਲ। ਤਾਂ ਜ਼ਿਆਦਾਤਰ ਜਰਮਨ ਬਸਤੀਆਂ ਖੋਰੀਆਂ ਗਈਆਂ। ਤਾਂ ਅਫਰੀਕਾ ਦੇ ਵਿੱਚ ਵੀ ਜਿਹੜੀਆਂ ਸੀ ਜਰਮਨ ਬਸਤੀਆਂ ਇਹਨਾਂ ਤੋਂ ਖੋਰੀਆਂ ਗਈਆਂ। ਵਰਦੂਨ ਅਤੇ ਸੋਮੇ ਦੀ ਲੜਾਈ। ਤਾਂ ਯੂਰਪ ਦੇ ਵਿੱਚ 1916 ਦੇ ਵਿੱਚ ਜਿਹੜੀਆਂ ਸੀ ਲੜਾਈਆਂ ਲੜੀਆਂ ਜਾ ਰਹੀਆਂ ਸੀ ਵਰਦੂਨ ਅਤੇ ਸੋਮੇ ਦੀਆਂ। ਤਾਂ ਵਰਦੂਨ ਦੀ ਲੜਾਈ 1916 ਤੋਂ 16 ਤੱਕ ਜਰਮਨੀ ਅਤੇ ਫਰਾਂਸ 'ਚ ਹੀ ਲੜੀ ਗਈ। ਇਹ ਲੜਾਈ ਭਿਅੰਕਰ ਸੀ, ਕਿਉਂਕਿ ਜਰਮਨੀ ਤੇ ਫਰਾਂਸ ਤਾਂ ਓਪੋਜ਼ਿਟ ਸੀਗੇ। ਇਹਨਾਂ ਦੋਨਾਂ ਪੱਖਾਂ ਵਿੱਚ 7 ਲੱਖ ਸੈਨਿਕ ਮਾਰੇ ਗਏ ਅਤੇ ਜ਼ਖਮੀ ਹੋਏ। ਜਰਮਨੀ ਆਪਣੇ ਸਾਰੇ ਯਤਨਾਂ ਦੇ ਬਾਵਜੂਦ, ਕਿਉਂਕਿ ਜਰਮਨੀ ਜਿਹੜੀ ਸੀਗੀ ਬਹੁਤ ਜ਼ਿਆਦਾ ਆਪਾਂ ਕਹਿੰਦੇ ਹਾਂ ਕਿ ਤਗੜੀ ਸ਼ਕਤੀ ਸੀ, ਤਾਂ ਇਹਨਾਂ ਨੇ ਲੜਾਈ ਜਿੱਤਣ ਦੀ ਕੋਸ਼ਿਸ਼ ਕੀਤੀ, ਪਰ ਜਿਹੜਾ ਹੈ ਜਰਮਨੀ ਇਸਨੇ ਪਹਿਲੀ ਵਾਰ ਜ਼ਹਿਰੀਲੀ ਗੈਸ ਦਾ ਵੀ ਪ੍ਰਯੋਗ ਕੀਤਾ ਅਤੇ ਮਿੱਤਰ ਰਾਸ਼ਟਰਾਂ ਨੇ ਜਰਮਨ ਸੈਨਾ ਦੀ ਰੱਖਿਆ ਲਾਈਨ ਨੂੰ ਤੋੜਨ ਦਾ ਹਰ ਸੰਭਵ ਯਤਨ ਕੀਤਾ, ਪਰ ਅਸਫਲ ਰਹੇ, ਕਿਉਂਕਿ ਜਰਮਨੀ ਜਿਹੜੀ ਸੀ ਧੁਰੇ ਦੀ ਸ਼ਕਤੀ ਸੀ। ਤਾਂ ਫਰਾਂਸ ਦੇ ਵੱਲ ਕਿਹੜੇ ਸੀਗੇ ਦੂਜੀਆਂ ਤਾਕਤਾਂ, ਹੈ ਨਾ, ਮਿੱਤਰ ਦੇਸ਼ਾਂ ਦੀਆਂ। ਤਾਂ ਮਿੱਤਰ ਦੇਸ਼ਾਂ ਨੇ ਬਹੁਤ ਹੀ ਜ਼ਿਆਦਾ ਹਰੇਕ ਚੀਜ਼ ਤੋੜਨ ਦੀ ਯਤਨ ਕੀਤਾ ਜਰਮਨ ਦੇ, ਬਟ ਅਸਫਲ ਰਹੇ। ਲੜਾਈ ਭਿਅੰਕਰ ਸੀ ਅਤੇ ਪਹਿਲੇ ਹੀ ਦਿਨ 60,000 ਸੈਨਿਕ ਮਾਰੇ ਗਏ ਅਤੇ ਮਿੱਤਰ ਰਾਸ਼ਟਰਾਂ ਨੂੰ ਬਹੁਤ ਘੱਟ ਸਫਲਤਾ ਪ੍ਰਾਪਤ ਹੋਈ। ਜਰਮਨੀ ਅਤੇ ਬ੍ਰਿਟੇਨ ਵਿਚਕਾਰ ਜੂਟਲੈਂਡ ਦੇ ਵਿੱਚ ਭਿਆਨਕ ਸਮੁੰਦਰੀ ਲੜਾਈ ਵੀ ਹੋਈ, ਜਿਸ ਕਰਕੇ ਜਿਹੜਾ ਸੀ ਬ੍ਰਿਟੇਨ ਦੀ ਨੌ ਸ਼ਕਤੀ, ਜਿਹੜੀ ਪਾਣੀ ਵਾਲੀ ਸ਼ਕਤੀ ਹੁੰਦੀ ਹੈ, ਜਲ ਸ਼ਕਤੀ, ਉਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਹੁਣ ਅਮਰੀਕਾ ਦਾ ਯੁੱਧ ਦੇ ਵਿੱਚ ਪ੍ਰਵੇਸ਼। ਹੁਣ ਦੇਖੋ 6 ਅਪ੍ਰੈਲ 1917 ਨੂੰ ਸੰਯੁਕਤ ਰਾਜ ਅਮਰੀਕਾ ਵੀ ਜਰਮਨੀ ਦੇ ਖਿਲਾਫ ਯੁੱਧ ਦੇ ਵਿੱਚ ਉਤਰ ਗਿਆ। ਅਮਰੀਕਾ ਦੇ ਯੁੱਧ ਵਿੱਚ ਸ਼ਾਮਿਲ ਹੋਣ ਦੇ ਕਾਫੀ ਸਾਰੇ ਕਾਰਨ ਸਨ, ਕਿਉਂਕਿ ਅਮਰੀਕਾ ਦੇ ਲੋਕਾਂ ਦਾ ਬ੍ਰਿਟੇਨ ਦੇ ਲੋਕਾਂ ਨਾਲ ਕਲਚਰਲ ਜਿਹੜਾ ਹੈ ਜਾਤੀ ਵਾਲਾ ਜਿਹੜਾ ਹੈ ਸੰਬੰਧ ਸੀ, ਕਿਉਂਕਿ ਉਸਦੀ ਹਮਦਰਦੀ ਇੰਗਲੈਂਡ ਦੇ ਪ੍ਰਤੀ ਸੀ। ਇਸ ਕਰਕੇ ਜਿਹੜਾ ਸੀ ਅਮਰੀਕਾ ਮਿੱਤਰ ਰਾਸ਼ਟਰਾਂ ਨੂੰ ਹਥਿਆਰ ਅਤੇ ਹੋਰ ਯੁੱਧ ਸਮੱਗਰੀ ਦੇਣ ਦਾ ਸੋਮਾ ਸੀ। ਤਾਂ ਅਮਰੀਕਾ ਕੀ ਕਰ ਰਿਹਾ ਸੀ, ਜਿੰਨੇ ਵੀ 24 ਦੇਸ਼ ਸੀ ਮਿੱਤਰ ਦੇਸ਼, ਉਹਨਾਂ ਨੂੰ ਹਥਿਆਰ ਸਪਲਾਈ ਕਰ ਰਿਹਾ ਸੀ। ਅਤੇ ਇਸੇ ਕਰਕੇ ਜਿਹੜਾ ਸੀ ਧੁਰੀ ਰਾਸ਼ਟਰ ਉਸਦੇ ਵਿਰੁੱਧ ਸੀਗੇ, ਜਿਹੜੇ 4 ਰਾਸ਼ਟਰ ਸੀਗੇ। ਤਾਂ ਅਮਰੀਕਾ ਨੇ ਬਹੁਤ ਸਾਰੇ ਮਿੱਤਰ ਰਾਸ਼ਟਰਾਂ ਨੂੰ ਕਰਜ਼ਾ ਵੀ ਦਿੱਤਾ ਹੋਇਆ ਸੀ। ਹੁਣ ਦੇਖੋ 24 ਦੇਸ਼ ਇੱਕ ਪਾਸੇ ਆ, ਤਾਂ ਕਿਉਂਕਿ ਅਮਰੀਕਾ ਨੇ ਮਾਲ ਵੀ ਵੇਚਣਾ ਸੀ, ਮਾਲ ਖਰੀਦਣਾ ਵੀ ਸੀ। ਦੂਜੀ ਗੱਲ ਹੈਗੀ ਹੈ ਕਿ ਕਰਜ਼ਾ ਦਿੱਤਾ ਹੋਇਆ ਸੀ, ਕਰਜ਼ਾ ਵਾਪਸ ਵੀ ਲੈਣਾ ਸੀ ਅਮਰੀਕਾ ਨੇ। ਇਸੇ ਕਰਕੇ ਜਿਹੜਾ ਹੈ ਅਮਰੀਕਾ ਮਿੱਤਰ ਰਾਸ਼ਟਰਾਂ ਦੇ ਨਾਲ ਸੀਗਾ ਅਤੇ ਅਮਰੀਕਾ ਨੂੰ ਉਸੇ ਸੂਰਤ ਵਿੱਚ ਵਾਪਸ ਮਿਲਣ ਦੀ ਸੰਭਾਵਨਾ ਵੀ ਸੀ ਕਿ ਜੇ ਉਹ ਯੁੱਧ ਵਿੱਚ ਜਿੱਤਦੇ। ਤਾਂ ਅਮਰੀਕਾ ਨੇ ਤਾਂ ਹੀ ਉਹਨਾਂ ਨੂੰ ਯੁੱਧ 'ਚ ਜਿਤਾਇਆ ਕਿ ਅਗਰ ਉਹ ਜਿੱਤਣਗੇ ਤਾਂ ਹੀ ਉਹ ਉਹਦਾ ਕਰਜ਼ਾ ਵਾਪਿਸ ਕਰਨਗੇ, ਠੀਕ ਹੈ, ਤਾਂ ਹੀ ਉਹਨਾਂ ਦਾ ਵਪਾਰ ਚੱਲੇਗਾ। ਸੋ ਤਾਂ ਕਰਕੇ ਜਿਹੜਾ ਹੈਗਾ ਅਮਰੀਕਾ ਵੀ ਇਹਦੇ ਵਿੱਚ ਉਤਰ ਗਿਆ। ਅਤੇ ਚੌਥਾ, ਅਮਰੀਕਾ ਦੇ ਰਾਸ਼ਟਰਪਤੀ ਵੁਡਰੋ ਵਿਲਸਨ ਜਿਹੜਾ ਸੀ, ਉਸ ਦੁਆਰਾ ਚੇਤਾਵਨੀ ਦਿੱਤੀ ਗਈ ਸੀ, ਅਤੇ ਚੇਤਾਵਨੀ ਦੇ ਬਾਵਜੂਦ ਜਰਮਨ ਦੀਆਂ ਪਣਡੁੱਬੀਆਂ ਨੇ, ਜਿਨ੍ਹਾਂ ਨੂੰ ਯੂਬੋਟ ਕਿਹਾ ਜਾਂਦਾ ਸੀ, ਉਹਨਾਂ ਨੇ ਜਿਹੜਾ ਹੈ ਅਮਰੀਕਾ ਦੇ 3 ਜਹਾਜ਼ ਡੁਬੋਤੇ ਸੀ। ਤਾਂ ਅਮਰੀਕਾ ਤਾਂ ਵੀ ਜਿਹੜਾ ਸੀਗਾ ਗੁੱਸੇ 'ਚ ਆ ਗਿਆ, ਕਿਉਂਕਿ ਜਰਮਨੀ ਨੇ ਉਸਦੀਆਂ ਪਣਡੁੱਬੀਆਂ ਡੁਬਾਤੀਆਂ ਅਤੇ ਇਸ ਕਰਕੇ ਜਿਹੜਾ ਸੀ ਉਹ ਫਰਾਂਸ ਦੇ ਨਾਲ ਲੱਗ ਕੇ ਇਹਨਾਂ ਦੇ ਵਿਰੁੱਧ ਹੋ ਗਿਆ, ਠੀਕ ਹੈ। ਤਾਂ ਜਰਮਨੀ ਦੇ ਖਿਲਾਫ ਹੋ ਗਿਆ, ਠੀਕ ਹੈ, ਅਤੇ ਫਰਾਂਸ ਦੇ ਨਾਲ ਲੱਗ ਗਿਆ। ਰੂਸ ਦਾ ਯੁੱਧ ਤੋਂ ਵੱਖ ਹੋਣਾ। ਹੁਣ ਦੇਖੋ 1917 'ਚ ਕੀ ਹੋਇਆ, ਦੂਜੀ ਪ੍ਰਮੁੱਖ ਘਟਨਾ ਸੀ ਕਿ ਅਕਤੂਬਰ ਕ੍ਰਾਂਤੀ ਤੋਂ ਬਾਅਦ 'ਚ ਰੂਸ ਦਾ ਯੁੱਧ ਤੋਂ ਵੱਖ ਹੋ ਜਾਣਾ। ਰੂਸੀ ਕ੍ਰਾਂਤੀਕਾਰੀ ਸ਼ੁਰੂ ਤੋਂ ਹੀ ਯੁੱਧ ਦਾ ਵਿਰੋਧ ਕਰ ਰਹੇ ਸੀਗੇ, ਠੀਕ ਹੈ। ਉੱਥੋਂ ਦੇ ਲੋਕ ਨਹੀਂ ਸੀ ਚਾਹੁੰਦੇ ਕਿ ਯੁੱਧ ਹੋਵੇ ਅਤੇ ਰੂਸ ਜਿਹੜਾ ਹੈ ਉਸ 'ਚ ਪਾਰਟੀਸਪੇਟ ਕਰੇ। ਜ਼ਾਰ ਨਿਕੋਲਸ ਜਿਹੜਾ ਸੀ ਦੂਜੇ ਨੇ ਕੇਵਲ ਲੋਕਾਂ ਦਾ ਧਿਆਨ ਅਸਲੀ ਸਮੱਸਿਆਵਾਂ ਤੋਂ ਪਰੇ ਹਟਾਉਣ ਲਈ ਰੂਸ ਨੂੰ ਯੁੱਧ ਵਿੱਚ ਧੱਕ ਦਿੱਤਾ ਸੀਗਾ, ਠੀਕ ਹੈ। ਸੋ ਤਾਂ ਕਰਕੇ ਜਿਹੜਾ ਹੈ ਕਾਫੀ ਸਥਾਨਾਂ 'ਤੇ ਰੂਸ ਹਾਰ ਗਿਆ, ਜਿਸ ਕਰਕੇ ਉਸਦੇ ਸਨਮਾਨ ਨੂੰ ਧੱਕਾ ਲੱਗਿਆ। ਅਤੇ ਤੀਜਾ ਜਿਹੜਾ ਹੈ, ਇਸ ਯੁੱਧ ਵਿੱਚ ਰੂਸ ਨੂੰ ਬਹੁਤ ਜਾਨਹਾਨੀ, ਮਤਲਬ ਲੋਕ ਬਹੁਤ ਮਾਰੇ ਗਏ ਅਤੇ 10 ਲੱਖ ਦੇ ਕਰੀਬ ਜਿਹੜੇ ਸੀ ਰੂਸ ਦੇ ਸੈਨਿਕ ਮਾਰੇ ਗਏ। ਚੌਥਾ, ਯੁੱਧ ਦੇ ਦੌਰਾਨ ਰੂਸ ਦੀ ਆਰਥਿਕ ਸਥਿਤੀ ਬਹੁਤ ਵਿਗੜ ਰਹੀ ਸੀ, ਇਸ ਕਰਕੇ ਉਹ ਯੁੱਧ ਨੂੰ ਜਾਰੀ ਨਹੀਂ ਸੀ ਰੱਖ ਸਕਦਾ। ਤਾਂ ਇਸ ਕਰਕੇ ਜਿਹੜਾ ਹੈ ਸਿੱਟੇ ਵਜੋਂ ਸੱਤਾ 'ਚ ਆਉਣ ਦੇ ਦੂਜੇ ਹੀ ਦਿਨ ਜਿਹੜਾ ਲੈਨਿਨ ਦੀ ਬੋਲਸ਼ੇਵਿਕ ਸਰਕਾਰ ਸੀ, ਇਹਨਾਂ ਨੇ ਸ਼ਾਂਤੀ ਸਥਾਪਨਾ ਦਾ ਪ੍ਰਸਤਾਵ ਪੇਸ਼ ਕੀਤਾ ਅਤੇ ਜਿਹੜਾ ਹੈ ਰੂਸ ਨੇ ਜਿਹੜਾ ਹੈਗਾ ਆਪਣੇ ਪੈਰ ਪਿੱਛੇ ਕਰ ਲਏ, ਠੀਕ ਹੈ। ਸੋ ਬ੍ਰੈਸਟ ਲਿਟੋਵਸਕ ਦੀ ਸੰਧੀ ਜਿਹੜੀ ਸੀਗੀ ਇਹਨਾਂ ਨੇ ਸਾਈਨ ਕਰਤੀ। ਯੁੱਧ ਦਾ ਅੰਤ। ਹੁਣ ਦੇਖੋ 1918 ਦੇ ਵਿੱਚ ਜੁਲਾਈ ਦੇ ਵਿੱਚ ਬ੍ਰਿਟੇਨ, ਫਰਾਂਸ, ਸੰਯੁਕਤ ਰਾਜ ਅਮਰੀਕਾ ਨੇ ਸੰਯੁਕਤ ਸੈਨਿਕ ਮੁਹਿੰਮ ਦਾ
ਆਰੰਭ ਕੀਤਾ ਅਤੇ ਇਸ ਦੇ ਕਰਕੇ ਜੀ ਪਾਸਾ ਹੀ ਪਲਟ ਗਿਆ। ਬੁਲਗੇਰੀਆ ਨੇ ਸਤੰਬਰ ਦੇ ਵਿੱਚ ਯੁੱਧ ਤੋਂ ਵੱਖ ਹੋਣ ਦੀ ਘਟਨਾ ਜਿਹੜੀ ਸੀ ਘੋਸ਼ਣਾ ਕਰਤੀ ਅਤੇ ਤੁਰਕੀ ਨੇ ਆਤਮ ਸਮਰਪਣ ਕਰਤਾ। ਨਵੰਬਰ ਦੇ ਵਿੱਚ ਆਸਟਰੀਆ ਹੰਗਰੀ ਨੇ ਵੀ ਆਤਮ ਸਮਰਪਣ ਕਰਤਾ। ਜਰਮਨ ਦੇ ਵਿੱਚ ਜਿਹੜੀ ਸੀ ਕ੍ਰਾਂਤੀ ਹੋ ਗਈ, ਜਿਸ ਕਰਕੇ ਸਮਰਾਟ ਕੈਸਰ ਵਿਲੀਅਮ ਜਿਹੜਾ ਸੀ ਦੂਜਾ ਹਾਲੈਂਡ ਦੌੜ ਗਿਆ ਅਤੇ ਇਸ ਕਰਕੇ ਜਿਹੜਾ ਸੀਗਾ ਇਹਨਾਂ ਨੇ ਸਾਈਨ ਕਰਤੇ ਕਿ ਹੁਣ ਯੁੱਧ ਨਹੀਂ ਹੋਵੇਗਾ 1918 ਦੇ ਵਿੱਚ 11 ਨਵੰਬਰ 1918 ਨੂੰ, ਅਤੇ ਵਿਨਾਸ਼ਕਾਰੀ ਯੁੱਧ ਜਿਹੜਾ ਸੀਗਾ ਇਹ ਸਮਾਪਤ ਹੋ ਗਿਆ। ਤਾਂ ਇਸ ਦੇ ਕਾਰਨ ਜਿਹੜੇ ਨੇ ਆਪਾਂ ਪੜ੍ਹ ਚੁੱਕੇ ਹਾਂ, ਨਤੀਜੇ ਕੀ ਨਿਕਲੇ ਨੇ, ਪ੍ਰਭਾਵ ਕੀ ਨਿਕਲੇ ਨੇ, ਇਹ ਆਪਾਂ ਹੁਣ ਪੜ੍ਹਦੇ ਹਾਂ। ਸੋ ਪਹਿਲੇ ਵਿਸ਼ਵ ਯੁੱਧ ਦੇ ਨਤੀਜੇ ਕੀ ਨਿਕਲੇ? ਬਹੁਤ ਵਿਨਾਸ਼ਕਾਰੀ ਨਤੀਜੇ ਨਿਕਲੇ ਨੇ, ਬਿਕੋਜ਼ ਬਹੁਤ ਹੀ ਲੋਕ ਜਿਹੜੇ ਸੀਗੇ ਇਸ 'ਚ ਮਾਰੇ ਗਏ, ਬਹੁਤ ਹੀ ਜਾਨ ਮਾਲ ਦਾ ਨੁਕਸਾਨ ਹੋਇਆ। ਪਹਿਲੇ ਵਿਸ਼ਵ ਯੁੱਧ ਦੇ ਵਿੱਚ ਲਗਭਗ 1 ਕਰੋੜ ਲੋਕ ਸਾਰੇ ਦੇਸ਼ਾਂ ਦੇ 28 ਦੇਸ਼ਾਂ ਦੇ ਟੋਟਲ ਮਿਲਾ ਕੇ ਕਹੀਏ ਤਾਂ 1 ਕਰੋੜ ਲੋਕ ਮਾਰੇ ਗਏ ਅਤੇ 1790 ਤੋਂ 1913 ਤੱਕ ਸੰਸਾਰ ਦੇ ਵੱਖ-ਵੱਖ ਭਾਗਾਂ ਵਿੱਚ ਹੋਣ ਵਾਲੇ ਸਾਰੇ ਮੁੱਖ ਯੁੱਧਾਂ ਦੇ ਵਿੱਚ ਜਿੰਨੇ ਵੀ ਸੈਨਿਕ ਮਾਰੇ ਗਏ ਉਸ ਤੋਂ ਦੁੱਗਣੇ ਤੋਂ ਵੀ ਜ਼ਿਆਦਾ ਸੀ, ਮਤਲਬ ਇੰਨੇ ਜ਼ਿਆਦਾ ਲੋਕ ਮਾਰੇ ਗਏ। ਅਤੇ ਮਹਾਮਾਰੀਆਂ 'ਚ ਇੰਨੇ ਲੋਕ ਨਹੀਂ ਸੀ ਮਰਦੇ, ਅਕਾਲਾਂ 'ਚ ਇੰਨੇ ਲੋਕ ਨਹੀਂ ਸੀ ਮਰਦੇ ਜਿੰਨੇ ਕਿ ਇਸ ਟਾਈਮ ਮਾਰੇ ਗਏ। ਅਤੇ ਨਾਲ ਹੀ 19 ਕਰੋੜ ਡਾਲਰ ਜਿਹੜੇ ਸੀਗੇ ਯੁੱਧ ਦੇ ਵਿੱਚ ਖਰਚ ਹੋਏ ਪੂਰੇ ਟੋਟਲ ਦੇਸ਼ਾਂ ਦੇ। ਇਸ ਕਰਕੇ ਅਲੱਗ-ਅਲੱਗ ਦੇਸ਼ਾਂ ਦੀ ਅਰਥ ਵਿਵਸਥਾ ਖਿੰਡ ਪੁੰਡ ਕੇ ਰਹਿ ਗਈ, ਬਹੁਤ ਹੀ ਜ਼ਿਆਦਾ ਜਿਹੜਾ ਸੀ ਭਾਰੀ ਸੰਕਟ ਹੋਇਆ। ਯੁੱਧ ਦੇ ਵਿੱਚ ਯੁੱਧ ਨੇ ਵਿਸ਼ਵ ਮਾਨਚਿੱਤਰ ਨੂੰ ਬਦਲ ਦਿੱਤਾ। ਹੁਣ ਦੇਖੋ, ਜਿਹੜੇ ਵੀ ਵਪਾਰ ਚੱਲ ਰਹੇ ਸੀ, ਜਿੰਨੇ ਵੀ ਮਿਲ ਕੇ ਦੇਸ਼ ਜਿਹੜੇ ਸੀਗੇ ਆਯਾਤ ਨਿਰਯਾਤ ਕਰ ਰਹੇ ਸੀ, ਤਾਂ ਇੱਕ ਦੂਜੇ ਦੇ ਦੁਸ਼ਮਣ ਹੋ ਗਏ ਸੀ, ਤਾਂ ਮਾਨਚਿੱਤਰ ਹੀ ਬਦਲ ਗਿਆ। ਯੁੱਧ ਦੇ ਬਾਅਦ ਜਰਮਨੀ, ਆਸਟਰੀਆ, ਹੰਗਰੀ, ਟਰਕੀ ਅਤੇ ਬੁਲਗੇਰੀਆ ਨਾਲ ਜੋ ਸੰਧੀਆਂ ਕੀਤੀਆਂ ਗਈਆਂ, ਤਾਂ ਇਹਨਾਂ ਦੇਸ਼ਾਂ ਦੇ ਅਨੇਕ ਏਰੀਆਜ਼ ਖੋਲ੍ਹੇ ਗਏ ਅਤੇ ਉਹਨਾਂ ਨੂੰ ਮਿੱਤਰ ਰਾਸ਼ਟਰਾਂ ਨੇ ਆਪਸ 'ਚ ਵੰਡ ਲਿਆ, ਕਿਉਂਕਿ ਮਿੱਤਰ ਦੇਸ਼ ਕਿੰਨੇ ਸੀ? 24। ਤਾਂ ਇਸ ਕਰਕੇ ਜਿਹੜਾ ਹੈ ਕਿਉਂਕਿ ਉੱਧਰ ਜ਼ਿਆਦਾ ਸੀ, ਤਾਂ ਇਹਨਾਂ ਨੇ ਜਿਹੜੇ ਸੀ ਰਾਜ ਖੋਲ੍ਹੇ ਅਤੇ ਆਸਟਰੀਆ ਅਤੇ ਹੰਗਰੀ ਨੂੰ 2 ਵੱਖ-ਵੱਖ ਰਾਜ ਬਣਾ ਦਿੱਤਾ ਅਤੇ ਚੈਕੋਸਲੋਵਾਕੀਆ, ਯੂਗੋਸਲਾਵੀਆ ਅਤੇ ਪੋਲੈਂਡ ਨਾਮਕ ਨਵੇਂ ਰਾਜ ਜਿਹੜੇ ਸੀ ਬਣਾਏ ਗਏ। ਨਿਰੰਕੁਸ਼ ਸ਼ਾਸਨ ਦਾ ਅੰਤ ਹੋ ਗਿਆ। ਤਾਂ ਇਸ ਵਿਸ਼ਵ ਯੁੱਧ ਦੇ ਕਰਕੇ ਜਿਹੜਾ ਹੈ 3 ਜਿਹੜੇ ਸੀਗੇ ਨਿਰੰਕੁਸ਼ ਰਾਜਵੰਸ਼ਾਂ ਦਾ ਅੰਤ ਹੋ ਗਿਆ। ਰੂਸ ਦਾ ਰੋਮਨ ਵੰਸ਼ ਸੀ ਜਿਹੜਾ, ਉਸਦਾ ਅੰਤ ਹੋ ਗਿਆ। ਆਸਟਰੀਆ ਦਾ ਹੈਪਨਸਬਰਗ ਜਿਹੜਾ ਵੰਸ਼ ਸੀ, ਜਰਮਨੀ ਦਾ ਹੋਹੇਨਜ਼ੋਲਰਨ ਵੰਸ਼ ਸੀ, ਇਹ ਜਿਹੜੇ ਸੀਗੇ ਇਹਨਾਂ ਦਾ ਤਾਨਾਸ਼ਾਹੀ ਸਰਕਾਰ ਨਿਰੰਕੁਸ਼ ਜਿਹੜੀ ਸੀ ਉਹ ਖਤਮ ਹੋ ਗਿਆ। ਅਤੇ ਯੁੱਧ ਦੇ ਦੌਰਾਨ ਬੋਲਸ਼ੇਵਿਕ ਕ੍ਰਾਂਤੀ ਹੋਈ ਸੀ, ਜਿਹਦੇ ਕਰਕੇ ਰੂਸ ਦੇ ਜ਼ਾਰ ਨਿਕੋਲਸ ਨੂੰ ਆਪਣੀ ਗੱਦੀ ਛੱਡਣੀ ਪਈ ਸੀ ਅਤੇ ਉੱਥੇ ਰੋਮਾਨੋਵ ਵੰਸ਼ ਦਾ ਜਿਹੜਾ ਸੀਗਾ ਅੰਤ ਹੋ ਗਿਆ। 1918 ਦੇ ਵਿੱਚ ਜਦੋਂ ਆਸਟਰੀਆ ਨੇ ਆਤਮ ਸਮਰਪਣ ਕਰਤਾ, ਤਾਂ ਉਹਦਾ ਚਾਰਲਸ ਜਿਹੜਾ ਸੀਗਾ, ਸਮਰਾਟ ਚਾਰਲਸ ਭੱਜ ਕੇ ਸਵਿਟਜ਼ਰਲੈਂਡ ਚਲਾ ਗਿਆ ਅਤੇ ਆਸਟਰੀਆ ਦੇ ਵਿੱਚ ਵੀ ਜਿਹੜਾ ਹੈਪਨਸਬਰਗ ਚੱਲ ਰਿਹਾ ਸੀ, ਜਿਸ ਦਾ ਇਹ ਚਾਰਲਸ ਸੀਗਾ, ਇਹ ਵੀ ਖਤਮ ਹੋ ਗਿਆ। ਅਤੇ 1918 ਨੂੰ ਜਰਮਨੀ ਦਾ ਸਮਰਾਟ ਜਿਹੜਾ ਸੀਗਾ ਕੇਸਰ ਵਿਲੀਅਮ, ਇਹ ਵੀ ਹਾਲੈਂਡ ਚਲਾ ਗਿਆ, ਤਾਂ ਉੱਥੇ ਹੋਹੇਨਜ਼ੋਲਰਨ ਜਿਹੜਾ ਵੰਸ਼ ਸੀ ਇਹ ਖਤਮ ਹੋ ਗਿਆ। ਅਮਰੀਕਾ ਦਾ ਪ੍ਰਮੁੱਖ ਸ਼ਕਤੀ ਦੇ ਰੂਪ 'ਚ ਉਥਾਨ। ਹੁਣ ਦੇਖੋ, ਕਿਉਂਕਿ ਅਮਰੀਕਾ ਮਿੱਤਰ ਦੇਸ਼ਾਂ ਦੀ ਜਿਹੜੀ ਸੀ ਹੈਲਪ ਕਰ ਰਿਹਾ ਸੀ ਅਤੇ ਇਹਨਾਂ ਨੂੰ ਕਰਜ਼ਾ ਵੀ ਦਿੱਤਾ ਹੋਇਆ ਸੀ, ਇੱਥੋਂ ਦੀ ਇਹਨੂੰ ਬਹੁਤ ਜ਼ਿਆਦਾ ਮਤਲਬ ਕਿ ਸਮਾਨ ਪ੍ਰਾਪਤ ਹੁੰਦਾ ਸੀ ਅਮਰੀਕਾ ਨੂੰ, ਤਾਂ ਕਰਕੇ ਅਮਰੀਕਾ ਕਿਉਂਕਿ ਹੈਲਪ ਕਰ ਰਿਹਾ ਸੀ ਇਹਨਾਂ ਦੀਆਂ ਹਥਿਆਰ ਵਗੈਰਾ ਦੇਣ 'ਚ, ਤਾਂ ਇਸ ਨੇ ਜਿਹੜਾ ਹੈਗਾ ਵੱਡੀ ਸ਼ਕਤੀ ਦੇ ਰੂਪ ਦੇ ਵਿੱਚ ਜਿਹੜਾ ਹੈਗਾ ਉੱਭਰ ਕੇ ਆਇਆ ਵਿਸ਼ਵ ਯੁੱਧ ਤੋਂ ਪਹਿਲਾਂ ਵੀ ਅਤੇ ਬਾਅਦ 'ਚ ਵੀ। ਤਾਂ ਪਹਿਲਾਂ ਕੀ ਸੀਗਾ, ਵਿਸ਼ਵ ਰਾਜਨੀਤੀ ਤੇ ਯੂਰਪ ਦੀ ਤੋਤੀ ਬੋਲਦੀ ਸੀ, ਲੇਕਿਨ ਬਾਅਦ ਦੇ ਵਿੱਚ ਕੀ ਹੋ ਗਿਆ, ਅਮਰੀਕਾ ਨੇ ਯੁੱਧ 'ਚ ਪ੍ਰਵੇਸ਼ ਕੀਤਾ, ਤਾਂ ਇਸਨੇ ਜਿਹੜਾ ਹੈ ਸੈਨਿਕਾਂ ਦੀ ਸਰਵਉੱਚਤਾ ਆਪਣੇ ਸੈਨਿਕਾਂ ਦੀ ਜਿਹੜੀ ਹੈ ਸਿੱਧ ਕਰ ਦਿੱਤੀ ਅਤੇ ਬਹੁਤ ਹੀ ਜ਼ਿਆਦਾ, ਕਿਉਂਕਿ ਇਹ ਉਦਯੋਗਿਕ ਖੇਤਰ 'ਚ ਵੀ ਅੱਗੇ ਜਾ ਰਿਹਾ ਸੀ, ਫਿਰ ਇਹਨੇ ਕਰਜ਼ੇ ਦਿੱਤੇ ਹੋਏ ਸੀਗੇ, ਤਾਂ ਕਰਜ਼ੇ ਵਾਪਸ ਲੈਣ ਕਰਕੇ ਜਿਹੜਾ ਹੈ ਇਸਨੇ ਮਿੱਤਰ ਦੇਸ਼ਾਂ ਦੇ ਨਾਲ ਰਲ ਕੇ ਜਿਹੜਾ ਸੀ ਹਮਲੇ ਕਰਨੇ ਸਟਾਰਟ ਕਰਤੇ। ਤਾਂ ਇਸ ਨੇ ਜਿਹੜਾ ਸੀਗਾ, ਕਿਉਂਕਿ ਮਿੱਤਰ ਦੇਸ਼ਾਂ ਨੂੰ ਵੀ ਬਹੁਤ ਸਾਰਾ ਨੁਕਸਾਨ ਹੋਇਆ ਸੀਗਾ ਅਰਥ ਵਿਵਸਥਾ 'ਚ, ਤਾਂ ਇਹਨਾਂ ਨੇ ਹੋਰ ਕਰਜ਼ਾ ਲਿਆ ਅਮਰੀਕਾ ਤੋਂ, ਤਾਂ ਅਮਰੀਕਾ ਜਿਹੜਾ ਸੀ ਸਾਰਿਆਂ ਨੂੰ ਜਿਹੜਾ ਹੈ ਅਹਿਸਾਨਾਂ ਦੇ ਵਿੱਚ ਦਬਾ ਦਿੱਤਾ ਅਤੇ ਇਸੇ ਕਰਕੇ ਜਿਹੜਾ ਸੀ ਇੱਕ ਵੱਡੀ ਸ਼ਕਤੀ ਵਜੋਂ ਵੀ ਉੱਭਰ ਕੇ ਆਇਆ ਅਤੇ ਲੋਕ ਇਸ ਤੋਂ ਡਰਨ ਲੱਗ ਗਏ ਸੀ ਸਾਰੇ ਦੇ ਸਾਰੇ ਦੇਸ਼। ਲੋਕਤੰਤਰ ਦਾ ਉਥਾਨ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 'ਚ ਬਹੁਤ ਸਾਰੇ ਯੂਰਪੀ ਦੇਸ਼ਾਂ ਦੇ ਵਿੱਚ ਨਿਰੰਕੁਸ਼ਤਾ ਦਾ ਬੋਲਬਾਲਾ ਸੀ। ਯੁੱਧ ਤੋਂ ਬਾਅਦ 'ਚ ਕਈ ਦੇਸ਼ਾਂ ਦੇ ਵਿੱਚ ਲੋਕਤੰਤਰ ਦਾ ਉਥਾਨ ਹੋਇਆ। ਸਿੱਟੇ ਵਜੋਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਸੰਵਿਧਾਨ ਰਚੇ ਗਏ ਅਤੇ ਲੋਕਾਂ ਨੂੰ ਅਨੇਕ ਅਧਿਕਾਰ ਪ੍ਰਾਪਤ ਕੀਤੇ ਲੋਕਾਂ ਨੇ, ਅਤੇ ਨਾਲ ਹੀ ਮਤਦਾਨ ਦੇ ਵਿੱਚ ਭਾਗ ਲੈਣ ਕਰਕੇ ਲੋਕਾਂ 'ਚ ਰਾਜਨੀਤਿਕ ਚੇਤਨਾ ਵੀ ਆਈ। ਤਾਨਾਸ਼ਾਹੀ ਦਾ ਉਥਾਨ। ਪਹਿਲੇ ਵਿਸ਼ਵ ਯੁੱਧ ਤੋਂ ਬਾਅਦ 'ਚ ਜਰਮਨੀ, ਇਟਲੀ ਗਣਤੰਤਰ ਸਰਕਾਰਾਂ ਇੱਥੇ ਸਥਾਪਿਤ ਹੋਈਆਂ ਅਤੇ ਸਰਕਾਰ ਜਨਤਾ ਦੀਆਂ ਆਸਾਂ ਨੂੰ ਪੂਰਾ ਕਰਨ ਤੋਂ ਅਸਮਰਥ ਰਹੀ। ਲੋਕਾਂ 'ਚ ਅਸੰਤੋਸ਼ ਫੈਲਿਆ। ਅਜਿਹੀ ਸਥਿਤੀ ਵਿੱਚ ਹਿਟਲਰ ਨੇ ਜਰਮਨੀ ਅਤੇ ਮੁਸੋਲਿਨੀ ਨੇ ਇਟਲੀ ਦੇ ਲੋਕਾਂ ਦੇ ਵਿੱਚ ਜਿਹੜਾ ਸਨਮਾਨ ਪ੍ਰਾਪਤ ਕਰਨ ਦਾ ਵਾਅਦਾ ਕੀਤਾ,
ਪਰ ਉਹਨਾਂ ਨੇ ਦੇਸ਼ ਦੇ ਅਪਮਾਨ ਅਤੇ ਅਰਥ ਵਿਵਸਥਾ ਦੇ ਲਈ ਗਣਤੰਤਰੀ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ। ਜਾਦੂ ਭਰੀਆਂ ਗੱਲਾਂ ਦੇ ਨਾਲ ਜਨਤਾ ਖੁਸ਼ ਹੋ ਗਈ ਤਾਂ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ ਤਾਨਾਸ਼ਾਹੀ ਸਰਕਾਰਾਂ ਨੇ ਬਾਗਡੋਰ ਸਾਂਭੀ। ਜਰਮਨੀ ਵਿੱਚ ਹਿਟਲਰ ਨੇ ਅਤੇ ਇਟਲੀ ਵਿੱਚ ਮੁਸੋਲਿਨੀ ਨੇ। ਸੈਨਿਕਵਾਦ ਵਿੱਚ ਵਾਧਾ। ਤਾਂ ਪਹਿਲੇ ਵਿਸ਼ਵ ਯੁੱਧ ਤੋਂ ਪਹਿਲਾਂ ਜਰਮਨੀ ਦੀ ਵੱਧਦੀ ਹੋਈ ਤਾਕਤ ਸੀਗੀ ਤਾਂ ਇਹ ਵਿਸ਼ਵ ਦੀ ਸ਼ਾਂਤੀ ਲਈ ਵੱਡਾ ਖਤਰਾ ਸੀਗਾ। ਲੇਕਿਨ ਇਹੀ ਗੱਲ ਬਾਅਦ 'ਚ ਵੀ ਸੱਚ ਹੋਈ ਕਿਉਂਕਿ ਇਸਨੇ ਜ਼ਹਿਰੀਲੀਆਂ ਗੈਸਾਂ ਛੱਡਣੀਆਂ ਸਟਾਰਟ ਕਰ ਦਿੱਤੀਆਂ ਸੀ ਅਤੇ ਜਰਮਨੀ ਅਤੇ ਉਸਦੇ ਸਹਿਯੋਗੀ ਦੇਸ਼ਾਂ ਨੇ ਸੈਨਿਕ ਸ਼ਕਤੀ ਨੂੰ ਬਹੁਤ ਘੱਟ ਕਰਤਾ ਕਿਉਂਕਿ ਜਰਮਨੀ ਨੂੰ ਦੀ ਸੈਨਿਕ ਸ਼ਕਤੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਜੇਤੂ ਦੇਸ਼ਾਂ ਨੇ ਆਪਣੀ ਸੈਨਿਕ ਸ਼ਕਤੀ ਘਟਾਉਣ ਦੀ ਬਜਾਏ ਵਾਧਾ ਕੀਤਾ ਆਪਣੀ ਦੇਸ਼ਾਂ ਦੀ ਸ਼ਕਤੀ ਦੇ ਵਿੱਚ ਜਰਮਨੀ ਨੂੰ ਦੇ ਕੇ। ਤਾਂ ਇਸ ਕਰਕੇ ਜਿਹੜਾ ਸੀ ਇਹ ਵੀ ਇੱਕ ਰੀਜ਼ਨ ਬਣਿਆ ਸੀ। ਰਾਸ਼ਟਰਵਾਦ ਦਾ ਪ੍ਰਸਾਰ। ਤਾਂ ਪਹਿਲੇ ਵਿਸ਼ਵ ਯੁੱਧ ਦੇ ਸਮੇਂ ਮਿੱਤਰ ਰਾਸ਼ਟਰਾਂ ਨੇ ਵੱਧ ਤੋਂ ਵੱਧ ਦੇਸ਼ ਦਾ ਸਮਰਥਨ ਪ੍ਰਾਪਤ ਕਰਨ ਲਈ ਘੋਸ਼ਣਾ ਕੀਤਾ ਕਿ ਉਹ ਇਹ ਯੁੱਧ ਲੋਕਤੰਤਰ ਦੀ ਰੱਖਿਆ ਲਈ ਕਰ ਰਹੇ ਨੇ। ਸੋ ਇਸ ਕਰਕੇ ਮਿੱਤਰ ਰਾਸ਼ਟਰਾਂ ਦੇ ਨਾਲ ਬਹੁਤ ਸਾਰੇ ਜਿਹੜੇ ਹੋਰ ਰਾਸ਼ਟਰ ਵੀ ਇਹਨਾਂ ਦੀ ਸੰਭਵ ਸਹਾਇਤਾ ਕਰ ਰਹੇ ਸੀ। ਤਾਂ ਇਸ ਕਰਕੇ ਉੱਥੋਂ ਦੇ ਲੋਕ ਵੱਖ-ਵੱਖ ਮੋਰਚਿਆਂ 'ਤੇ ਜਾ ਕੇ ਲੜੇ ਅਤੇ ਇਸੇ ਕਰਕੇ ਰਾਸ਼ਟਰੀਅਤਾ ਦੀ ਭਾਵਨਾ ਤੇਜ਼ ਹੋਈ। ਹਾਰੇ ਹੋਏ ਦੇਸ਼ਾਂ 'ਤੇ ਸੰਧੀਆਂ ਨੂੰ ਜਿਹੜਾ ਸੀਗਾ ਜ਼ਬਰਦਸਤੀ ਠੋਸਣਾ। ਜਿੰਨੇ ਵੀ ਦੇਸ਼ ਹਾਰੇ ਸੀ ਤਾਂ ਇਹਨਾਂ 'ਤੇ ਜ਼ਬਰਦਸਤੀ ਸੰਧੀਆਂ ਠੋਪੀਆਂ ਗਈਆਂ ਅਤੇ ਸੈਨਿਕ ਸ਼ਕਤੀ ਇਹਨਾਂ ਦੀ ਘੱਟ ਕਰਤੀ। ਉਹਨਾਂ ਦੇ ਜ਼ਿਆਦਾਤਰ ਹਥਿਆਰ ਨਸ਼ਟ ਕਰ ਦਿੱਤੇ ਗਏ। ਉਹਨਾਂ ਤੋਂ ਭਾਰੀ ਹਰਜਾਨੇ ਲਏ ਗਏ ਕਿ ਤੇਰੇ ਕਰਕੇ ਸਾਡੇ ਇਹ ਦੇਸ਼ ਦਾ ਇੰਨਾ ਨੁਕਸਾਨ ਹੋਇਆ। ਤਾਂ ਇਸ ਕਰਕੇ ਜਿਹੜਾ ਹੈ ਸੰਧੀਆਂ ਉਹਨਾਂ 'ਤੇ ਲਗਾਈਆਂ ਗਈਆਂ ਅਤੇ ਇਹ ਅਨਿਆਂਪੂਰਨ ਸੰਧੀਆਂ ਸੀ ਤਾਂ ਦੇਸ਼ ਦੀ ਜਨਤਾ ਦੇ ਵਿੱਚ ਜਿਹੜਾ ਸਰਕਾਰਾਂ ਦੇ ਵਿੱਚ ਇਹ ਰੜਕਦੀਆਂ ਰਹੀਆਂ। ਤਾਂ ਇਸੇ ਕਰਕੇ ਜਿਹੜਾ ਸੀ ਸੈਕਿੰਡ ਵਰਲਡ ਵਾਰ 2 ਦੀਆਂ ਨੀਹਾਂ ਵੀ ਰੱਖਣੀਆਂ ਸਟਾਰਟ ਹੋ ਗਈਆਂ ਸੀ। ਠੀਕ ਹੈ, ਜਿਹੜਾ ਕਿ 1939 ਦੇ ਵਿੱਚ ਸੰਸਾਰ ਨੂੰ ਦੂਜੇ ਵਿਸ਼ਵ ਯੁੱਧ ਵਿੱਚ ਜਿਹੜਾ ਹੈ ਸਾਹਮਣਾ ਇਸ ਚੀਜ਼ ਦਾ ਕਰਨਾ ਪਿਆ। ਰਾਸ਼ਟਰੀ ਸੰਘ ਦੀ ਸਥਾਪਨਾ। ਪਹਿਲੇ ਵਿਸ਼ਵ ਯੁੱਧ ਦਾ ਮਹੱਤਵਪੂਰਨ ਸਿੱਟਾ ਇਹ ਵੀ ਨਿਕਲਿਆ ਕਿ 1920 ਵਿੱਚ ਰਾਸ਼ਟਰ ਸੰਘ ਲੀਗ ਆਫ ਨੇਸ਼ਨਸ ਜਿਹੜੇ ਸੀ ਇਸ ਦੀ ਸਥਾਪਨਾ ਹੋਈ। ਇਸ ਦਾ ਉਦੇਸ਼ ਕੀ ਸੀ ਕਿ ਭਵਿੱਖ ਵਿੱਚ ਯੁੱਧ ਰੋਕਣੇ ਅਤੇ ਸ਼ਾਂਤੀ ਦੀ ਸਥਾਪਨਾ ਕਰਨੀ। ਤਾਂ ਕਿਉਂਕਿ ਇੰਨਾ ਜ਼ਿਆਦਾ ਜਾਨ ਅਤੇ ਮਾਲ ਦਾ ਨੁਕਸਾਨ ਹੋਇਆ ਸੀ ਤਾਂ ਲੀਗ ਆਫ ਨੇਸ਼ਨਸ ਜਿਹੜੀ ਸੀ ਇਹ ਹੋਂਦ 'ਚ ਆਈ ਅਤੇ ਅੰਤਰਰਾਸ਼ਟਰੀ ਭਾਵਨਾ ਦੇ ਵਿਕਾਸ ਅਤੇ ਅਨੇਕਾਂ ਰਾਜਨੀਤਿਕ ਸਮਾਜਿਕ ਆਰਥਿਕ ਸਮੱਸਿਆਵਾਂ ਦਾ ਹੱਲ ਕਰਨ ਲਈ ਪ੍ਰਸ਼ੰਸਾਯੋਗ ਯੋਗਦਾਨ ਦਿੱਤਾ ਕਿਸਨੇ? ਰਾਸ਼ਟਰੀ ਸੰਘ ਨੇ। ਸੋ ਆਪਾਂ ਨਤੀਜੇ ਜਿਹੜੇ ਨੇ ਆਪਾਂ ਕਵਰ ਕਰ ਚੁੱਕੇ ਹਾਂ। ਨੈਕਸਟ ਜਿਹੜਾ ਹੈ ਟੌਪਿਕ ਕਿਹੜੇ ਉਸ ਦੇ ਉੱਤੇ ਹੋਵੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ ਸੋ ਮਚ।